but little knowledge. Information साढ़े को बहुत है, तो knowledge कितनी है? वो तो 5% भी नहीं. Please stop believing what you are seeing. Everything is fake. कितने कोई proven record नहीं है उधर. सिर्फ ऐसे कहते हैं मेडिसिनल वैल्यू होता ये है वो ऐसे खाई जा रहे हैं, ऐसे करी जा रहे हैं. सानू लोड भी नहीं होती, ਅਸੀਂ ਤਾਂ ਵੀ ਆਨਲਾਈਨ ਸ਼ਾਪਿੰਗ ਕਰੀ ਜਾ ਰਹੇ ਕਿਉਂਕਿ ਸੇਲ ਲੱਗੀ ਹੈ, ਬ੍ਰਾਂਡਡ ਹੈ. ਬ੍ਰਾਂਡਸ ਕਿੰਨੇ ਬਣਾਏ? ਇਟਸ ਅ ਮਾਰਕੀਟਿੰਗ ਸਟੰਟ. ਵੀ ਆਰ ਲਿਵਿੰਗ ਇਨ ਅ ਮਾਰਕੀਟਿੰਗ ਵਰਲਡ ਵੇਅਰ ਐਵਰੀਥਿੰਗ ਇਜ਼ ਮਾਰਕੀਟਡ. ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦਿੰਦੀ ਹਾਂ. ਮੇਰੇ ਕੋਲ ਇੱਕ ਪੇਰੈਂਟ ਆਇਆ, ਸਰ ਇੱਕ ਫੈਕਟ ਹੈ, ਮੇਰੇ ਕੋਲ ਇੱਕ ਪੇਰੈਂਟ ਆਇਆ, ਕਹਿੰਦਾ ਜੀ ਮੈਂ ਅਨਪੜ੍ਹ ਹਾਂ ਪਰ ਮੈਂ ਚਾਹੁੰਦਾ ਮੇਰਾ ਬੱਚਾ ਪੜ੍ਹੇ. ਕਹਿੰਦਾ ਜੀ ਮੈਂ ਬਿਜ਼ਨਸ 'ਚ ਮੇਰਾ ਦਿਮਾਗ ਬਹੁਤ ਚੱਲਦਾ. ਕਹਿੰਦਾ ਬਿਜ਼ਨਸ ਮੇਰੇ ਕੋਲੋਂ ਜਿਹੜਾ ਮਰਜ਼ੀ ਕਰਾ ਲਓ. ਕਹਿੰਦਾ ਜੇ ਤੁਸੀਂ ਮੈਨੂੰ ਕਹੋਗੇ ਨਾ ਟਰੱਕ ਸਵਾਹ ਦਾ ਖੜਾ ਹੈ ਇਹਨੂੰ ਵੇਚਿਆ, ਕਹਿੰਦਾ ਮੈਂ ਉਹਨੂੰ ਵੀ ਛਾਣ ਕੇ ਪਾਕਟਾਂ 'ਚ ਪਾ ਕੇ ਆਨਲਾਈਨ ਵੇਚੂੰਗਾ, ਉਹ ਵੀ ਮੈਂ ਵੇਚ ਆਊਂਗਾ. ਪਰ ਮੈਂ ਕਹਿੰਦਾ ਨਿਆਣੇ ਨਹੀਂ ਪੜ੍ਹਾ ਸਕਦਾ. ਮੈਂ ਚਾਹੁੰਦਾ ਮੇਰੇ ਬੱਚੇ ਪੜ੍ਹਨ. ਨਾਓ ਜਸਟ ਇਮੈਜਿਨ ਦ ਵਰਲਡ ਵੀ ਆਰ ਲਿਵਿੰਗ ਇਨ, ਹਾਊ ਫੇਕ ਇਟ ਇਜ਼. ਇਹ ਵਰਚੁਅਲ ਵਰਲਡ ਅਸੀਂ ਬੱਚਿਆਂ ਨੂੰ ਦਿਖਾ ਰਹੇ ਹਾਂ, ਬੱਚੇ ਬਿਲੀਵ ਕਰ ਰਹੇ ਨੇ ਕਿਉਂਕਿ ਕਲਾਸਰੂਮਸ ਦੇ ਵਿੱਚ ਅਸੀਂ ਉਹਨਾਂ ਨੂੰ ਰਿਐਲਿਟੀ ਨਹੀਂ ਦੱਸ ਰਹੇ. ਉਹਨਾਂ ਨੂੰ ਇਹ ਲੱਗਦਾ ਵੀ ਸਕਸੈਸ ਇਜ਼ ਓਵਰਨਾਈਟ. ਅੱਜ ਇੱਥੇ ਹੈ ਕੱਲ ਨੂੰ ਉੱਥੇ. ਹੁਣ ਮੈਂ ਤੁਹਾਨੂੰ ਸਿੰਪਲ ਇੱਕ ਦੱਸਦੀ ਹਾਂ, ਮੈਨੂੰ ਇੱਕ ਡਿਫਰੈਂਸ ਦੱਸ ਦਿਓ. ਵਾਟ ਆਰ ਲਰਨਿੰਗ ਆਊਟਕਮਸ ਐਂਡ ਵਾਟ ਆਰ ਟੀਚਿੰਗ ਆਬਜੈਕਟਿਵਸ. ਸਾਡੇ ਟੀਚਿੰਗ ਆਬਜੈਕਟਿਵਸ ਕੀ ਨੇ और लर्निंग आउटकम्स की ने. टीचिंग ऑब्जेक्टिव्स बिकॉज शॉर्टेज ऑफ टाइम है सर, एक घंटे ਦੇ ਵਿੱਚ ਮੈਂ ਇੰਨਾ ਕੀ ਕਰਾ ਸਕਦੀ ਹਾਂ. I can only touch the tip of the iceberg but I cannot actually tread the field because it is almost a day. I'm just going to tell you what is the learning gaps. ਹੁਣ ਸਾਡੇ ਕਲਾਸਰੂਮਸ ਦੇ ਵਿੱਚ ਪਤਾ ਕੀ ਹੋ ਰਿਹਾ ਹੈ, ਸਾਡੇ ਟੀਚਿੰਗ ਆਬਜੈਕਟਿਵ ਹੈ. ਟੀਚਰ ਕਹਿੰਦਾ ਵੀ ਮੈਂ ਆ ਲੈਸਨ ਪੜਾਇਆ, ਇਸ ਲੈਸਨ ਕਰਾਉਣ ਤੋਂ ਬਾਅਦ ਮੇਰੇ ਬੱਚੇ ਇਸ ਲੈਵਲ ਤੇ ਆਣਗੇ. ਤੁਸੀਂ ਸਾਰੇ ਲੈਸਨ ਪਲਾਨ ਡਾਇਰੀਜ਼ ਫਿਲ ਕਰਦੇ ਹੋ? You fill the teaching objectives? This is my teaching objective of the class. My children should come up to this level of learning after I finish my chapter. What are the outcomes? That is teacher oriented. Outcomes are student oriented. The child, got it? This is our outcome. This was the objective. Now in between is a learning gap. That's the learning gap. We need to bridge this learning gap. The present education policy says we need to bridge this gap between the objectives and the outcomes. But what is happening is ਅਸੀਂ ਇਸ ਚੀਜ਼ ਨੂੰ ਉੱਪਰ ਲੈ ਕੇ ਜਾਣ ਦੀ ਥਾਂ ਤੇ ਅਸੀਂ ਉਤਲੇ ਤੋਂ ਥੱਲੇ ਆ ਰਹੇ. We are trying to adjust to the outcomes of the learners because there is a pressure on the teacher that they need to give above 90% result. ਇਹ ਸਾਡੇ ਤੇ ਪ੍ਰੈਸ਼ਰ ਹੈ ਐਸ ਟੀਚਰਸ ਵੀ 90% ਆਣੇ ਚਾਹੀਦੇ ਬੱਚਿਆਂ ਦੇ. ਕਿਹਨੇ ਬਣਾਇਆ ਬੈਂਚਮਾਰਕ 90% ਦਾ? ਇਟਸ ਅ ਮੈਡ ਕੰਪੀਟੀਸ਼ਨ. ਅਸੀਂ ਆਪਣਾ ਸਟੈਂਡਰਡ ਹਾਇਰ ਕੀਤਾ ਕਿ ਲੋਅਰ ਕੀਤਾ? ਅਸੀਂ ਦਿਨ ਬ ਦਿਨ ਲੋਅਰ ਲੈ ਕੇ ਆ ਰਹੇ ਹਾਂ. ਅਸੀਂ ਇਸ ਚੀਜ਼ ਨੂੰ ਆਬਜੈਕਟਿਵਸ ਨੂੰ ਆਊਟਕਮਸ ਨਾਲ ਮੈਚ ਨਹੀਂ ਕਰਾ ਰਹੇ ਹਾਂ. ਅਸੀਂ ਆਬਜੈਕਟਿਵਸ ਨੂੰ ਥੱਲੇ ਲੈ ਕੇ ਆ ਰਹੇ ਹਾਂ ਆਊਟਕਮਸ ਦੇ ਨਾਲ ਮੈਚ ਕਰਨ ਨੂੰ, ਔਰ ਹਰ ਸਾਲ ਡਿਗਰੇਡੇਸ਼ਨ ਆ ਰਹੀ ਹੈ ਸਾਡੇ ਸਿਸਟਮਸ ਦੇ ਵਿੱਚ. Now the question is how to raise this level. इस level ਨੂੰ raise ਕਿਵੇਂ ਕਰਨਾ ਹੈ? Simple एक formula, science, math वाले teachers will be in a better position to understand. When you expect 100%, expose the children to 150 to get 100. ਜੇ ਸਾਨੂੰ 100% ਚਾਹੀਦਾ, ਸਾਨੂੰ ਬੱਚਿਆਂ ਨੂੰ 150 ਨੂੰ expose ਕਰਨਾ ਪਏਗਾ. You will have to go beyond your textbooks. Extra knowledge, involvement, practical knowledge. कोई ਵੱਡੀ ਗੱਲ ਨਹੀਂ, ਕੋਈ extra time ਨਹੀਂ ਲੱਗਦਾ. ਕਲਾਸ ਦੇ ਵਿੱਚ ਗਰੁੱਪਸ ਬਣਾਓ, ਗਰੁੱਪ ਲੀਡਰਸ ਬਣਾਓ, 90% and above ਵਾਲੇ ਬੱਚੇ ਚੂਜ਼ ਕਰ ਲਓ. ਹਰ ਇੱਕ ਨੂੰ ਗਰੁੱਪ ਲੀਡਰ ਬਣਾ ਕੇ ਹਰ ਇੱਕ ਗਰੁੱਪ ਦੇ ਅੰਡਰ 2 ਐਵਰੇਜ, 2 ਬਿਲੋ ਐਵਰੇਜ, 2 ਅਬਵ ਐਵਰੇਜ ਬੱਚੇ, 6 ਬੱਚੇ ਇੱਕ ਗਰੁੱਪ 'ਚ ਬਣਾਓ. ਇੱਕ ਗਰੁੱਪ ਲੀਡਰ ਨੂੰ ਕਹੋ ਤੂੰ ਇਹਨਾਂ 6 ਦਾ ਰਿਸਪੌਂਸਿਬਲ ਹੈ, ਇਹਨਾਂ ਦਾ ਕੰਮ ਕੰਪਲੀਟ ਹੋਣਾ ਚਾਹੀਦਾ, ਇਹਨਾਂ ਦਾ ਲਰਨਿੰਗ ਸਾਰੀ ਹੋਣੀ ਚਾਹੀਦੀ ਹੈ. ਲੈਟ ਦ ਸਟੂਡੈਂਟਸ ਐਕਚੁਅਲੀ ਬੀ ਇੰਪਾਵਰਡ. ਐਜ਼ ਅ ਟੀਚਰ ਤੁਸੀਂ ਸਿਰਫ ਉਹ 6 ਬੱਚਿਆਂ ਨੂੰ ਮੋਨੀਟਰ ਕਰਨਾ ਹੈ ਜਿਹੜੇ ਅੱਗੇ 6 ਨੂੰ ਕਰ ਰਹੇ ਨੇ. ਗਾਟ ਦ ਪੁਆਇੰਟ?
You will tell them, you will check the language of the children first, you will check their uniform, you will check whether they have learned, whether there is any learning problem. Je teacher da padhaya nahi samajh aa raha, peer to peer learning is the best form of learning. Give them that. Once you finish the chapter inside the classroom, divide it into 6 parts, give each child, each group one part to be revised. Agle din 5 minute har ek group nu do, time bound karke. You will get 4 minutes for your presentation. You want to give a PPT, make a PPT. You want to give a presentation with the help of the charts, make those charts. If you want to simply role play your part, role play it. ਉਹਨਾਂ ਨੂੰ freedom ਦੇ ਦਿਓ ਵੀ ਤੁਸੀਂ ਆਪਣੇ ਤਰੀਕੇ ਦੇ ਨਾਲ explain ਕਰਨਾ ਹੈ. Believe me, ਇੱਕ ਜਿਹੜਾ below average ਬੱਚਾ ਵੀ ਹੈ ਨਾ, ਜਿਹੜਾ ਕਹਿੰਦਾ ਮੈਂ ਬੋਲ ਨਹੀਂ ਸਕਦਾ, ਮੈਂ ਲਿਖ ਨਹੀਂ ਸਕਦਾ, ਮੈਂ PPT ਨਹੀਂ ਬਣਾ ਸਕਦਾ, ਪਰ ਮੈਂ ਕਲਿੱਕ ਕਰ ਸਕਦਾ ਬੈਠ ਕੇ ਸਲਾਈਡਸ ਨੂੰ. He is participating. ਸਾਡਾ ਪਰਪਸ ਹੈ ਵੀ ਸਾਡੀ ਇਨਵੋਲਵਮੈਂਟ 100% ਹੋਣੀ ਚਾਹੀਦੀ, ਬੱਚੇ ਐਟਲੀਸਟ ਸੁਣਨ ਪੜ੍ਹਨ. ਜਿਹੜਾ ਬੱਚਾ ਇੱਕ ਕਲਿੱਕ ਵੀ ਕਰ ਰਿਹਾ, ਉਹ ਵੀ ਸਲਾਈਡ ਪੜ੍ਹ ਰਿਹਾ ਹੈ, ਉਹ ਵੀ ਅੰਡਰਸਟੈਂਡ ਕਰ ਰਿਹਾ ਹੈ. ਚਲੋ ਕੌਨਫੀਡੈਂਸ ਨਹੀਂ ਹੈਗਾ ਖੜੇ ਹੋ ਕੇ ਬੋਲਣ ਦਾ ਅੱਜ, ਪਰ ਹੌਲੀ ਹੌਲੀ ਜਦੋਂ ਬੱਚਾ ਪ੍ਰੈਕਟਿਸ ਲੱਗ ਜਾਏਗਾ ਉਹਦੇ 'ਚ ਕੌਨਫੀਡੈਂਸ ਵੀ ਆ ਜਾਏਗਾ. ਪਰ ਅਸੀਂ ਇਨਕਰੇਜ ਓਵਰ ਮਾਈ ਆਲ ਗਰੁੱਪ ਲੀਡਰਸ ਟੁਕ absolutely 100% care of the children. All six students were made a separate group of it, and they did, and no learning gap was there. Everybody learned because they were well connected. ਤੁਸੀਂ ਨਹੀਂ ਕੁਝ ਕਰਨਾ, ਤੁਸੀਂ ਪੈਸਿਵ ਰੋਲ ਪਲੇ ਕਰਨਾ ਹੈ. Let the students play the active role. ਇਹਨੂੰ ਕਹਿੰਦੇ ਟ੍ਰਾਂਸਫਰਮੇਸ਼ਨ, ਟ੍ਰਾਂਸਫਰਮੇਸ਼ਨ ਆਫ ਆਰ ਐਜੂਕੇਸ਼ਨ ਸਿਸਟਮ. ਔਰ ਸਭ ਤੋਂ ਵੱਡੀ ਗੱਲ ਹੈ ਜਿੱਥੇ ਅਸੀਂ ਫੇਲ ਹੁੰਦੇ ਹਾਂ, ਉਹ ਪੁਆਇੰਟ ਇਹ ਹੈ ਸਾਨੂੰ ਆਪਣੀ ਕੈਪੇਬਿਲਿਟੀਜ਼ ਦਾ ਨਹੀਂ ਪਤਾ. ਐਜ਼ ਟੀਚਰ ਸਾਨੂੰ ਕੈਪੇਬਿਲਿਟੀਜ਼ ਦਾ ਨਹੀਂ ਪਤਾ. ਗੁਰਬਾਣੀ ਕਹਿੰਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ. ਅਸੀਂ ਤਾਂ ਦੁਨੀਆ ਨੂੰ ਖੁਸ਼ ਕਰਨ ਲੱਗੇ ਹੋਏ ਆ. ਮੈਂ ਕੌਣ ਹੈ ਮੈਨੂੰ ਨਹੀਂ ਪਤਾ. I behave because my family expects me to behave like this. I behave because my school expects me to behave like this. I behave because my parents expect me to behave like this. But who am I? Where is my professional growth? Where is my self? ਅਸੀਂ ਤਾਂ ਦੁਨੀਆ ਨੂੰ ਖੁਸ਼ ਕਰਨ ਤੇ ਲੱਗ ਗਏ. ਅਸੀਂ ਆਪਣੇ ਬਾਰੇ ਤਾਂ ਕਦੀ ਸੋਚ ਹੀ ਨਹੀਂ ਰਹੇ. ਮੇਰਾ ਵਿਜ਼ਨ ਕੀ ਹੈ? ਹੁਣ NEP ਸੇ ਸਕੂਲ ਦਾ ਵਿਜ਼ਨ ਮਿਸ਼ਨ ਥਾਂ ਤੇ ਸਕੂਲ ਦੇ ਵਿੱਚ ਲੱਗਿਆ ਹੋਣਾ ਚਾਹੀਦਾ. ਮੈਂ ਉਹਦੇ ਉਲਟ ਕਹਿੰਦੀ, ਮੈਂ ਕਹਿੰਦੀ ਹਰ ਇੱਕ ਟੀਚਰ ਦਾ ਵਿਜ਼ਨ ਮਿਸ਼ਨ ਕਲੀਅਰ ਹੋਣਾ ਚਾਹੀਦਾ. ਤੁਹਾਡਾ ਵਿਜ਼ਨ ਕੀ ਹੈ ਐਜ਼ ਅ ਟੀਚਰ? ਪਹਿਲਾਂ ਤਾਂ ਸਾਨੂੰ ਵਿਜ਼ਨ ਮਿਸ਼ਨ ਹੀ ਨਹੀਂ ਸਮਝ ਆਉਂਦਾ ਵੀ ਵਿਜ਼ਨ ਮਿਸ਼ਨ ਹੈ ਕੀ ਹੈ. What is a vision? NEP, the first chapter, opening page talks of vision. Says every institution should have a vision. Now what is vision? मैं तो simple, because I don't have time for interaction. I don't know how much time will I get. Another 10-15 minutes, sir? I'll try and find it out within time. Vision ਕੀ ਹੈ? मैं example देनी है बच्चों को. मेरी example दो. ਤੁਸੀਂ ਘਰੋਂ ਨਿਕਲਦੇ ਹੋ, ਤੁਸੀਂ ਆਪਣੀ ਡੈਸਟੀਨੇਸ਼ਨ ਫਿਕਸ ਕਰਦੇ ਹੋ. ਮੈਂ ਲੁਧਿਆਣੇ ਤੋਂ ਆਈ, ਮੇਰੀ ਡੈਸਟੀਨੇਸ਼ਨ ਅੰਮ੍ਰਿਤਸਰ ਸੀਗੀ. ਸੋ ਮਾਈ ਵਿਜ਼ਨ ਇਜ਼ ਅੰਮ੍ਰਿਤਸਰ. ਹੁਣ ਉੱਥੇ ਪਹੁੰਚਣਾ ਕਿੱਦਾਂ ਹੈ, ਕਿਹੜਾ ਰੂਟ ਲੈਣਾ, ਕਿਹੜਾ ਸ਼ਾਰਟੈਸਟ ਪੋਸੀਬਲ ਰੂਟ ਹੋਏਗਾ, ਦੈਟ ਇਜ਼ ਮਾਈ ਮਿਸ਼ਨ. ਅਸੀਂ ਐਜ਼ ਟੀਚਰਸ ਕਿੱਥੇ ਪਹੁੰਚਣਾ ਹੈ? ਅੱਜ ਮੈਂ ਇਸ ਲੈਵਲ ਤੇ ਖੜੀ ਹਾਂ, ਸਾਲ ਦੇ ਐਂਡ 'ਚ ਮੈਂ ਆਪਣੇ ਆਪ ਨੂੰ ਇਸ ਲੈਵਲ ਤੇ ਲੈ ਕੇ ਆਉਣਾ ਇਜ਼ ਮਾਈ ਵਿਜ਼ਨ. ਮੇਰੇ ਬੱਚੇ ਅੱਜ ਇਸ ਲੈਵਲ ਤੇ ਖੜੇ ਨੇ, ਮੈਂ ਆਪਣੀ ਕਲਾਸ ਨੂੰ ਇਸ ਲੈਵਲ ਤੇ ਲੈ ਕੇ ਆਉਣਾ ਚਾਹੀਦੀ ਹੈ. ਇਹ ਮੇਰਾ ਵਿਜ਼ਨ ਹੈ. ਮਿਸ਼ਨ ਕੀ ਹੋਏਗਾ? ਮੈਂ ਕੀ ਐਕਟੀਵਿਟੀਜ਼ ਕਰਾਉਂਗੀ, ਕੀ ਮੈਥਡਸ ਲਵਾਂਗੀ ਉੱਥੇ ਪਹੁੰਚਣ ਦੇ ਲਈ. ਉਹ ਤੁਹਾਡਾ ਮਿਸ਼ਨ ਹੈ. ਤੁਸੀਂ ਐਨੂਅਲ ਪੈਡਾਗੋਜੀਕਲ ਪਲਾਨ, I don't know whether you need to make it or not, but I think this is ICSE school, but CBSE schools you need to have your pedagogical plans in which you have to mention which is the level and then which level you expect your learners to go by the end of the year. Where are we standing and where do we expect our children to go? How they are going to reach there is your mission. What all activities you have to describe it in detail, what all activities you will do with a purpose that this is going to be my outcome and this is how my class is going to come from this level to this level. ਮੈਂ ਸਿਰਫ ਇੰਨਾ ਚਾਹੁੰਦੀ ਹਾਂ ਹਰ ਇੱਕ ਟੀਚਰ ਦੀ ਲੈਸਨ ਪਲਾਨ ਡਾਇਰੀ ਦੇ ਪਹਿਲੇ ਪੇਜ ਦੇ ਉੱਤੇ ਤੁਹਾਡਾ ਆਪਣਾ ਵਿਜ਼ਨ ਮਿਸ਼ਨ ਬਹੁਤ ਕਲੀਅਰ ਹੋਣਾ ਚਾਹੀਦਾ ਹੈ, ਤਾਂ ਜੋ ਤੁਸੀਂ ਜਿੰਨੀ ਵਾਰੀ ਡਾਇਰੀ ਖੋਲੋਗੇ ਉਨੀ ਵਾਰੀ ਤੁਹਾਨੂੰ ਰਿਮਾਈਂਡਰ ਮਿਲੇਗਾ, ਦਿਸ ਇਜ਼ ਮਾਈ ਵਿਜ਼ਨ, ਆਈ ਨੀਡ ਟੂ ਥਿੰਕ ਅਬਾਊਟ ਮਾਈ ਸੈਲਫ.
ਸਾਡੇ ਇੱਕ ਗੱਲ ਕਹੀ ਸੀਗੀ, ਕਹਿੰਦੇ ਜੀ ਬੱਚਿਆਂ ਦੇ ਢਿੱਡ ਦੁਖਣੇ ਕਦੋਂ ਹਟਣਗੇ ਤੇ ਸਿਰ ਦੁਖਣੇ ਕਦੋਂ ਹਟਣਗੇ? ਜਿੱਦਣ ਸਾਡੇ ਕਲਾਸਰੂਮਸ ਇੰਟਰਸਟਿੰਗ ਹੋ ਜਾਣਗੇ ਉਦੋਂ ਹਟ ਜਾਣਗੇ। ਜਿੱਦਣ ਉਹਨਾਂ ਨੂੰ ਇਹ ਲੱਗੇਗਾ ਵੀ ਘਰੇ ਬੈਠੇ ਨੂੰ ਸਕੂਲ ਜਾਣਾ ਜ਼ਿਆਦਾ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਵਿੱਚ children want appreciation. Everybody wants appreciation. ਸਾਡਾ ਪਰਪਸ ਪਤਾ ਕੀ ਹੋ ਗਿਆ? ਕੈਚਿੰਗ ਐਂਡ ਡੂਇੰਗ ਰੋਂਗ। ਸਾਡਾ ਮੰਤਵ ਗਲਤ ਨਹੀਂ ਹੈ, ਸਾਡਾ ਪਰਪਸ ਗਲਤ ਨਹੀਂ ਹੈ, ਪਰ ਸਾਡਾ ਤਰੀਕਾ ਗਲਤ ਹੋ ਜਾਂਦਾ ਹੈ। ਅਸੀਂ ਹਰ ਵਾਰੀ ਉਹਨਾਂ ਦੀ ਗਲਤੀਆਂ ਤੇ ਉਹਨਾਂ ਨੂੰ ਫੜ ਲੈਂਦੇ ਹਾਂ, ਉਹਨਾਂ ਨੂੰ ਪਨਿਸ਼ ਕਰ ਦਿੰਦੇ ਹਾਂ, ਪਰ ਜਦੋਂ ਉਹ ਚੰਗਾ ਕਰਦੇ ਆ ਅਸੀਂ ਦੇਖ ਦਿੰਦੇ ਹਾਂ। ਕਿਉਂਕਿ ਸਾਡਾ ਫੋਕਸ ਕੀ ਹੈ? ਲੋਕਾਂ 'ਚ ਖਾਮੀਆਂ ਦੇਖਣਾ। ਆਪਣੇ ਆਪ ਨੂੰ ਕਿਵੇਂ ਕਵਰ ਕਰਦੇ? ਅਸੀਂ ਦੂਜੇ 'ਚ ਖਾਮੀਆਂ ਦੇਖ ਕੇ। ਅਸੀਂ ਆਪਣੇ ਆਪ ਨੂੰ ਨਹੀਂ ਇੰਪਰੂਵ ਕਰ ਰਹੇ, ਦੂਜੇ ਨੂੰ ਢਾਹ ਰਹੇ ਹਾਂ। ਜਿੱਦਣ ਅਸੀਂ ਇਹ ਕਰਨੋਂ ਹਟ ਜਾਵਾਂਗੇ ਨਾ, ਉਦੋਂ ਅਸੀਂ ਰੀਅਲੀ ਪੋਜ਼ਿਟਿਵ ਬਣਾਂਗੇ। ਸੋ ਸਾਰਿਆਂ ਨੂੰ ਮੇਰੀ ਕੋਈ ਬੇਨਤੀ ਹੁੰਦੀ ਹੈ, ਮੈਂ ਹਰ ਇੱਕ ਟੀਚਰ ਸੈਸ਼ਨ ਤੇ ਇਹ ਜਾ ਕੇ ਕਹਿੰਦੀ ਹੁੰਦੀ ਹਾਂ, ਲੋਕਾਂ 'ਚ ਖਾਮੀਆਂ ਕੱਢਣੀਆਂ ਬੰਦ ਕਰ ਦਿਓ। ਆਪਾਂ ਬਾਣੀ ਪੜ੍ਹੀ ਵੀ ਜਾ ਰਹੇ, ਕੋਈ ਪਰਫੈਕਟ ਨਹੀਂ ਹੈ, ਕੋਈ ਸੋਹਣਾ ਨਹੀਂ ਹੈਗਾ, ਸਾਰਿਆਂ 'ਚ ਖਾਮੀਆਂ। ਫਿਰ ਅਸੀਂ ਖਾਮੀਆਂ ਜਦੋਂ ਹੈ ਹੀ ਸਾਰਿਆਂ 'ਚ, ਫਿਰ ਅਸੀਂ ਪਰਫੈਕਸ਼ਨ ਕਿਉਂ ਨਹੀਂ ਅਸੀਂ ਕਿਸੇ ਦੇਖਦੇ ਵੀ ਇਹਦੇ 'ਚ ਆਹ ਗੱਲ ਚੰਗੀ ਹੈ, ਦੈਟ ਇਜ਼ ਗੁੱਡ ਟੂ ਲਰਨ ਫਰੋਮ ਹਿਮ। ਅਸੀਂ ਆਪਣੀ ਵੀਕਨੈਸ ਨੂੰ ਕਵਰ ਕਰਨ ਨੂੰ ਅਸੀਂ ਦੂਜੇ ਨੂੰ ਢਾਉਣ ਲੱਗ ਜਾਂਦੇ ਹਾਂ। ਅਸੀਂ ਦੂਜੇ ਤੇ ਨੈਗੇਟਿਵ ਕਮੈਂਟ ਪਾਸ ਕਰਦੇ ਹਾਂ, ਵਿਚ ਇਜ਼ ਕਾਲਡ ਬੁਲਿੰਗ। ਪਰ ਸਾਡੇ ਪ੍ਰੋਫੈਸ਼ਨਲੀ ਡਿਪਾਰਟਮੈਂਟਸ ਦੇ ਵਿੱਚ ਬੁਲਿੰਗ ਹੋ ਰਹੀ ਹੈ, ਅਸੀਂ ਕਰ ਰਹੇ ਹਾਂ। ਉਹ ਕਹਿੰਦਾ ਕੱਲ ਦੀ ਆਈ, ਇਹਨੂੰ ਪਤਾ ਹੁੰਦਾ, ਉਹ ਤੈਨੂੰ ਮੈਡਲ ਪੈ ਜਾਣਾ, ਤੂੰ ਭੱਜ ਭੱਜ ਕੰਮ ਕਰਦੀ ਹੈ। This is what we are doing. अपनी weakness ਨੂੰ ਲੁਕੋ ਰਹੇ, because we are not doing. ਅਸੀਂ ਕਿਸੇ ਬੰਦੇ ਨੂੰ ਨਹੀਂ ਖੁਸ਼ ਕਰਨਾ, ਦੇਣ ਵਾਲਾ ਦਾਤਾ ਹੈ, ਉਹਨੇ ਦੇਣਾ ਹੈ, ਉਹ ਤਾਂ ਸਾਰਾ ਕੁਝ ਦੇਖ ਰਿਹਾ ਹੈ। ਅਸੀਂ ਹੈਪੀਨੈਸ ਦੀਆਂ ਗੱਲਾਂ ਕਰ ਰਹੇ ਹਾਂ। ਆਰ ਵੀ ਰੀਅਲੀ ਹੈਪੀ? ਜਿੱਦਣ ਕਲਾਸਰੂਮ ਉਦੋਂ ਖੁਸ਼ ਹੋਏਗਾ, ਉਦੋਂ ਹੈਪੀ ਕਲਾਸਰੂਮਸ ਬਣਨਗੇ, ਜਿੱਦਣ ਸਾਡੇ ਟੀਚਰਸ ਹੈਪੀ ਹੋਣਗੇ। ਔਰ ਟੀਚਰਸ ਦੀ ਹੈਪੀਨੈਸ ਦੇ ਲਈ ਬਾਹਰੋਂ ਖੁਸ਼ੀ ਨਹੀਂ ਆਣੀ, ਖੁਸ਼ੀ ਅੰਦਰੋਂ ਆਉਂਦੀ ਹੈ। ਐਗਜ਼ਾਮਪਲ ਦਵਾਂ, ਤੁਸੀਂ ਨਵਾਂ ਸੂਟ ਪਾਉਂਦੇ ਹੋ ਨਾ, ਉਦੋਂ ਤੁਹਾਡੀ ਤੋਰ ਹੀ ਬਦਲੀ ਹੁੰਦੀ ਹੈ, ਉਦੋਂ ਚਿਹਰੇ ਤੇ ਗਲੋ ਹੀ ਵੱਖਰਾ ਹੁੰਦਾ। ਕਿਸੇ ਨੇ ਨਹੀਂ ਨਾ ਕਿਹਾ, ਤੁਸੀਂ ਐਂਟਰ ਹੀ ਐਨ ਪੂਰੇ ਫੁੱਲ ਕੌਨਫੀਡੈਂਸ ਨਾਲ ਲੈਣੇ। ਅੱਜ ਮੈਂ ਬਹੁਤ ਸਮਾਰਟ ਲੱਗ ਰਹੀ ਹਾਂ। ਹੈਪੀਨੈਸ ਇਜ਼ ਵਿਦਿਨ ਯੂ। ਸਰਚ ਫॉर ਹੈਪੀਨੈਸ ਵਿਦਿਨ। ਔਰ ਇੱਕ ਹੋਰ ਗੱਲ ਦੱਸਾਂ, ਜਦੋਂ ਅਸੀਂ ਕਿਸੇ ਨੂੰ ਦੁੱਖ ਪਹੁੰਚਾਉਂਦੇ ਹਾਂ ਨਾ, ਕਿਸੇ ਦੇ ਨਾਲ ਔਖਾ ਬੋਲਦੇ ਹਾਂ, ਅਗਲਾ ਉਹਨਾਂ ਔਖਾ ਨਹੀਂ ਹੁੰਦਾ ਜਿੰਨੇ ਅਸੀਂ ਆਪ ਹੁੰਦੇ ਹਾਂ। ਅਸੀਂ ਸਾਰਾ ਦਿਨ ਉਹੀ ਸੋਚੀ ਜਾਂਦੇ ਹਾਂ, ਬਿਕੋਜ਼ ਸਾਡੀ ਕੌਨਸ਼ੀਅਸ ਨੂੰ ਪਤਾ ਵੀ ਮੈਂ ਗਲਤ ਕੀਤਾ ਹੈ। ਮੈਂ ਟਿਟ ਫॉर ਟੈਟ ਤਾਂ ਕਰੇ, ਆਈ ਫॉर ਐਨ ਆਈ ਹੋ ਗਿਆ, ਬਟ ਤਕਲੀਫ ਸਭ ਤੋਂ ਜ਼ਿਆਦਾ ਸਾਨੂੰ ਹੁੰਦੀ ਹੈ, ਕਿਉਂਕਿ ਸਾਨੂੰ ਪਤਾ ਹੈ, ਮੇਰੀ ਕੌਨਸ਼ੀਅਸ ਨੂੰ ਪਤਾ ਹੈ ਕਿ ਮੈਂ ਗਲਤ ਕੀਤਾ। ਸੋ ਇਹ ਜੀ ਸਿਚੁਏਸ਼ਨ ਕਿਉਂ ਕ੍ਰੀਏਟ ਕਰਦੇ ਹਾਂ ਅਸੀਂ, ਜਿਹਦੇ ਨਾਲ ਸਾਡਾ ਬੀਪੀ ਵੱਧਦਾ, ਸਾਨੂੰ ਡਾਇਬੀਟੀਜ਼ ਹੁੰਦੀ ਹੈ, ਸਾਡਾ ਐਂਡੋਕ੍ਰਾਈਨ ਸਿਸਟਮ ਸਾਰਾ ਹਿਲ ਜਾਂਦਾ, ਅਸੀਂ ਮੈਂਟਲੀ ਅਪਸੈਟ ਹੋ ਜਾਂਦੇ ਹਾਂ, ਅਸੀਂ ਐਂਟੀ ਡਿਪਰੈਸੈਂਟਸ ਤੇ ਆ ਜਾਂਦੇ ਹਾਂ, ਅਸੀਂ ਸਲੀਪਿੰਗ ਪਿਲਸ ਲੈਣ ਲੱਗ ਜਾਂਦੇ ਹਾਂ। ਇਹ ਕਿੰਨੇ ਪ੍ਰੋਬਲਮਸ ਕ੍ਰੀਏਟ ਕੀਤੀਆਂ ਨੇ? 99% problems are self-created ones. Only 1% are God-given. So can we control these 99%? We can all do it. खुश रहा करो, परमात्मा का शुक्र कराया करो, उन्होंने थानू इत्थे बिठाया, साडे नालों पिछे बहुत दुनिया औखी पई है। सिर्फ ग्रैटिट्यूड च रहो कि असी कुछ करना है। एक टीचर के हाथ च किताब होनी बहुत जरूरी है। पढ़िया करो, एक्स्ट्रा रीडिंग कराया करो। अल्टीमेटली नॉलेज गिव्स यू पावर, नॉलेज गिव्स यू कॉन्फिडेंस। ਇੱਕੋ ਚੀਜ਼ ਹੈ ਜਿਹੜਾ ਤੁਹਾਡੇ ਕੋਲੋਂ ਕੋਈ ਖੋ ਨਹੀਂ ਸਕਦਾ, ਉਹ ਤੁਹਾਡੀ ਨੌਲੇਜ ਹੈ।
ਜਿੰਨੀ ਵਧਾ ਲਓਗੇ ਵੱਧ ਜਾਣੀ ਹੈ। ਜਿੰਨਾ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਅਸੀਂ ਆਪਣੇ ਲਈ ਕਰਨਾ ਹੈ, ਦੁਨੀਆ ਨੂੰ ਨਹੀਂ। ਕੁਝ ਦੁਨੀਆ ਤਾਂ ਕਦੀ ਕੁਝ ਹੋਈ ਨਹੀਂ। ਸਾਨੂੰ ਤਾਂ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਲੋਕੀ ਕੀ ਕਹਿਣਗੇ, ਲੋਕੀ ਕੌਣ ਹੈ। ਇੰਨੇ ਸਾਲ ਹੋ ਗਏ ਹਜੇ ਤੱਕ ਮੇਰੇ ਤਾਂ ਕੋਈ ਮੈਡਲ ਨਹੀਂ ਪਿਆ। ਅਸੀਂ ਸਭ ਕੁਝ ਕਰਕੇ ਦੇਖ ਲਿਆ ਤੇ ਦੁਨੀਆ ਨੂੰ ਕਾਹਦੇ ਲਈ ਖੁਸ਼ ਕਰ ਰਹੇ ਹੋ, ਆਪਣੇ ਆਪ ਨੂੰ ਪਹਿਲਾਂ ਖੁਸ਼ ਕਰੋ। ਉਹ ਕਹਿੰਦੇ ਨਾ ਨਿਊ ਐਜੂਕੇਸ਼ਨ ਪਾਲਿਸੀ ਸੇਜ਼ 15% ਆਫ ਦ ਸੈਲਰੀ ਟੂ ਬੀ ਸਪੈਂਟ ਔਨ yourself ਫॉर ਪ੍ਰੋਫੈਸ਼ਨਲ ਡਿਵੈਲਪਮੈਂਟ। ਲਿਖਿਆ ਹੋਇਆ ਡਾਕੂਮੈਂਟਡ ਹੈ ਵੀ 15% ਹਰ ਇੱਕ ਟੀਚਰ ਨੂੰ ਆਪਣੀ ਸੈਲਰੀ ਆਪਣੇ ਤੇ ਸਪੈਂਡ ਕਰਨੀ ਚਾਹੀਦੀ ਹੈ ਫॉर ਪ੍ਰੋਫੈਸ਼ਨਲ ਡਿਵੈਲਪਮੈਂਟ। ਤੁਸੀਂ ਪ੍ਰੋਫੈਸ਼ਨਲ ਡਿਵੈਲਪਮੈਂਟ ਪਾਸੇ ਲਾ ਦਿਓ, 15% ਆਪਣੇ ਤੇ ਖਰਚੇ ਕਰਿਆ ਕਰੋ, ਸੂਟ ਲਓ, ਸ਼ਾਪਿੰਗ ਕਰੋ, ਖੁਸ਼ ਰਹੋ। ਕੁਝ ਨਹੀਂ ਹੋਣ ਲੱਗਾ, ਕੁਝ ਵੀ ਨਹੀਂ ਹੋਣਾ। ਦੂਜਿਆਂ ਨੂੰ ਖੁਸ਼ ਕਰਨਾ ਬੰਦ ਕਰ ਦਿਓ, ਆਪਣੀ ਪ੍ਰੋਫੈਸ਼ਨਲ ਡਿਵੈਲਪਮੈਂਟ ਦੇਖੋ, ਆਪਣੇ ਬਾਰੇ ਸੋਚਿਆ ਕਰੋ, ਖੁਸ਼ ਰਿਹਾ ਕਰੋ। ਖੁਸ਼ ਰਹੋਗੇ ਕਲਾਸਰੂਮਸ ਖੁਸ਼ ਹੋਣਗੇ। ਫਰਸਟ੍ਰੇਟਡ ਰਹੋਗੇ ਉਹ ਮੇਰੇ ਨਾਲੋਂ ਉਹਨੂੰ ਆਈ ਆਲਵੇਸ ਸੇ ਕਿਸੇ ਟੀਚਰ ਨੂੰ ਇਨਕਰੀਮੈਂਟ ਮਿਲਦੀ ਹੈ ਸਾਲ ਬਾਅਦ, ਸਾਰਿਆਂ ਦੇ ਇਨਕਰੀਮੈਂਟਸ ਲੱਗਦੀਆਂ। ਸਾਨੂੰ 2 ਮਹੀਨੇ ਦਾ ਬੜਾ ਮਜ਼ਾ ਆਉਂਦਾ ਕਿ ਸੈਲਰੀ ਇਨਕਰੀਜ਼ ਹੋਈ ਹੈ, ਤੀਜੇ ਮਹੀਨੇ ਫਿਰ ਸਾਨੂੰ ਉਹ ਵੀ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ, ਫਿਰ ਦੂਜੇ ਦੀ ਚੁਭਣ ਲੱਗ ਜਾਂਦੀ ਹੈ, ਫਿਰ ਅਸੀਂ ਉਸੇ ਤੇ ਫਰਸਟ੍ਰੇਟਡ ਰਹਿੰਦੇ ਹਾਂ। ਸਟਾਪ ਕੰਪੇਅਰਿੰਗ। परमात्मा ने बहुत ਦਿੱਤਾ ਹੈ, ਜੇ ਤੰਦਰੁਸਤ ਸਰੀਰ ਦਿੱਤਾ परमात्मा ने सब कुछ तंदुरुस्ती मिल जाता है। बस that's it. Thank you so much. It was pleasure talking and I hope you like it. Any impressive words that will be, but whatever you said was really very very valuable. Please teachers, honor करना तो बनता ना only for the शांति है ना, तो it's an honor for us to honor her, really an honor. Ma'am, please. Responsible for keeping the females in good shape, but overall we are teachers and today you have been touched at heart and I hope this session continues. Maybe we will get in near future more time with ma'am and we'll share her views throughout the day.